दूसरा केस है। इस तो पहले भाई परमजीत सिंह प्योरा ने इन्हां दे साथी ने उन्हां दी मदर दी एज सी 96 साल। वो कहती कि मैं लास्ट डेथ बैड ते है, मेरी लास्ट विश है कि मैं आपके बेटे परमजीत को मिलना चाहती है। हालत माता दी बड़ी क्रिटिकल सी। सो उदों असी एडमिनिस्ट्रेशन ਨੂੰ ਐਪਲੀਕੇਸ਼ਨ ਦਿੱਤੀ ਕਿ ਸਾਨੂੰ ਪੈਰੋਲ ਦਿੱਤੀ ਜਾਏ ਫॉर 1 ਡੇ 4 ਘੰਟਿਆਂ ਦੀ। ਉਹਦੇ 'ਚ ਅਸੀਂ ਲਿਖਤਾ ਵੀ ਇਹਦਾ ਅਸੀਂ ਖਰਚਾ ਦੇਣ ਨੂੰ ਵੀ ਤਿਆਰ ਹਾਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਆਊਗਾ। ਐਡਮਿਨਿਸਟ੍ਰੇਸ਼ਨ ਸਾਡੀ ਰਿਕੁਐਸਟ ਨੂੰ ਰਿਜੈਕਟ ਕਰਦਾ ਹੈ। ਉਸ ਤੋਂ ਬਾਅਦ ਅਸੀਂ ਹਾਈ ਕੋਰਟ ਜਾਂਦੇ ਹਾਂ। ਹਾਈ ਕੋਰਟ ਸਿੰਗਲ ਬੈਂਚ ਅੱਗੇ ਸਾਡਾ ਕੇਸ ਲੱਗਦਾ ਹੈ। ਕੋਰਟ ਕਹਿੰਦੀ ਕਿ ਨਹੀਂ ਅਸੀਂ ਪਰਮਿਸ਼ਨ ਨਹੀਂ ਦੇ ਸਕਦੇ। फिर असी डबल बेंच ते जाने कि जो डॉक्टर थोड़े कह रहे हैं थोड़े मुताबिक ही थोड़े डॉक्टर गए ने। सो माता क्रिटिकल पोजीशन च है, शी इज़ ओल्ड एज लेडी, वो लास्ट विश है तुसी अलाउ कर दो, साडी वो भी रिजेक्ट हो जाए। अज वही स्थिति फिर भाई जगतार सिंह हवारे के केस में हो रही है। माता जी कहते हैं कि मैं आपके बेटे नूं जगतार नूं मिलना चाहती है, मैं उसका फेस जान तो दुनिया तो पहले देखना चाहती है। अज वो परमिशन नहीं दी जा रही। ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ ਉਹਦਾ ਆਰਟੀਕਲ 14 ਕਹਿੰਦਾ ਹੈ ਕਨਸਟੀਟਿਊਸ਼ਨ ਆਫ ਇੰਡੀਆ ਦਾ ਕਿ ਇਕੁਐਲਿਟੀ ਬਿਫੋਰ ਲਾਅ, ਸਾਰੇ ਬੰਦੇ ਕਾਨੂੰਨ ਦੇ ਅੱਗੇ ਬਰਾਬਰ ਨੇ। ਸੋ ਜਿਹੜਾ ਪੰਜਾਬ ਜੇਲ੍ਹ ਮੈਨੂਅਲ ਹੈ ਜਿਹਦੇ ਰਾਹੀਂ ਇਹਨਾਂ ਨੇ ਡੀਲ ਹੋਣਾ, ਜਿੰਨੇ ਵੀ ਉਮਰ ਕੈਦੀ ਨੇ ਸਾਰਿਆਂ ਨੂੰ ਪੈਰੋਲ ਦੀ ਪ੍ਰੋਵੀਜ਼ਨ ਹੈਗੀ ਹੈ। ਫਿਰ ਪੈਰੋਲ ਦੇ ਨਾਲ ਇੱਕ ਐਮਰਜੈਂਸੀ ਪੈਰੋਲ ਵੀ ਹੁੰਦੀ ਹੈ। ਜੇ ਕਿਸੇ ਦੇ ਘਰ 'ਚ ਕੋਈ ਬਿਮਾਰ ਘਰ ਦਾ ਮੈਂਬਰ ਬਿਮਾਰ ਹੋ ਜਾਂਦਾ ਹੈ, ਕੋਈ ਖੁਸ਼ੀ ਗਮੀ ਹੋ ਜਾਂਦੀ ਹੈ ਤਾਂ ਉਹਨੂੰ ਪੈਰੋਲ ਮਿਲ ਸਕਦੀ ਹੈ। ਪਰ ਨਾ ਇਹ ਪੈਰੋਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਤੀ ਹੈ, ਨਾ ਹੀ ਇਹ ਪੈਰੋਲ ਜਿਹੜੀ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਓਰਾ ਕਿਸੇ ਨੂੰ ਵੀ ਨਹੀਂ ਦਿੱਤੀ। ਇੰਡੀਅਨ ਸਟੇਟ ਨੂੰ ਉਹਦਾ ਦੂਜਾ ਪੱਖ ਵੀ ਸਮਝਣਾ ਚਾਹੀਦਾ ਹੈ ਕਿ ਇਸ ਮਾਤਾ ਨੇ ਆਪ ਦਾ ਘਰ ਵਾਲਾ ਵੀ ਲੂਜ਼ ਕੀਤਾ ਹੈ ਤੇ ਬੇਟਾ ਜਿਹੜਾ 30 ਸਾਲ ਤੋਂ ਜੇਲ੍ਹ ਵਿੱਚ ਹੈ। ਇਹ ਪੋਲੀਟੀਕਲ ਮਰਡਰ ਹੈਗਾ ਬੇਅੰਤ ਸਿੰਘ ਵਾਲਾ। ਸੋ ਇਹ ਕੋਈ ਕ੍ਰਿਮੀਨਲਸ ਨਹੀਂ ਹੈਗੇ। ਤੁਸੀਂ ਜਿਹੜਾ ਤੇ ਸਿਰਸੇ ਵਾਲਾ ਹੈਗਾ ਹੈ ਰੇਪਿਸਟ ਰਾਮ ਰਹੀਮ, ਉਹਨੂੰ ਤਾਂ ਤੁਸੀਂ ਉਹਦੀ ਮਰਜ਼ੀ ਦੇ ਮੁਤਾਬਕ ਜਦੋਂ ਪੈਰੋਲ ਮੰਗਦਾ ਦੇ ਦਿੰਦੇ। ਜੇ ਉਹਨੇ ਫਿਲਮ ਬਣਾਉਣੀ ਹੈ ਤਾਂ ਵੀ ਪੈਰੋਲ ਮਿਲਦੀ ਹੈ, ਜੇ ਉਹਨੇ ਧਰਮ ਪ੍ਰਚਾਰ ਕਰਨਾ ਤਾਂ ਵੀ ਪੈਰੋਲ ਮਿਲਦੀ ਹੈ। ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਮਾਰਿਆ, ਉਹਨਾਂ 'ਚ ਇੱਕ ਕਹੋ ਕਿ ਉਸ ਨੂੰ ਘਰ ਬਣਾਉਣ ਦੀ, ਘਰ ਦੀ ਮੁਰੰਮਤ ਕਰਨ ਲਈ ਵੀ ਪੈਰੋਲ ਮਿਲੀ ਹੈ। ਫਿਰ ਉਹ ਗੁਜਰਾਤ ਰਾਈਟਸ ਦੇ ਵਿੱਚ ਇੱਕ ਬੀਜੇਪੀ ਦੀ ਫੀਮੇਲ ਸ਼ਾਇਦ ਮਿਨਿਸਟਰ ਸੀ, ਇਨਵੋਲਵ ਸੀ, ਉਹਨੂੰ ਵੀ ਪੈਰੋਲਸ ਦਿੱਤੀਆਂ ਨੇ। ਸੋ ਇਹ ਬੜਾ ਜੈਨੂਨ ਹੈ। ਦੁਨੀਆ ਦਾ ਕੋਈ ਵੀ ਕਾਨੂੰਨ ਮੈਂ ਨਹੀਂ ਮਹਿਸੂਸ ਕਰਦਾ ਹੈਗਾ ਜਿਹੜਾ ਮਾਂ ਤੇ ਪੁੱਤ ਨੂੰ ਮਿਲਣ ਤੋਂ ਰੋਕਦਾ ਹੈ। ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ ਔਰ ਹਾਲ ਦੇ ਵਿੱਚ ਬਹੁਤ ਵੱਡੇ ਚਿੰਤਾਜਨਕ ਵੀ ਪੰਥਕ ਧਿਰਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਜਿਨ੍ਹਾਂ ਦੀ ਉਮਰ ਤਕਰੀਬਨ 96 ਸਾਲ ਦੇ ਕਰੀਬ ਹੋ ਚੁੱਕੀ ਹੈ, ਉਹ ਮੰਜੇ ਤੇ ਪਏ ਹੋਏ ਨੇ, ਬਿਮਾਰਾਂ ਦੀ ਹਾਲਤ ਦੇ ਵਿੱਚ ਨੇ ਔਰ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਇਸ ਸਥਿਤੀ ਦੇ ਵਿੱਚ ਆਪਣੇ ਪੁੱਤ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਯਾਦ ਕੀਤਾ ਜਾ ਰਿਹਾ ਹੈ। ਤੇ ਬਹੁਤ ਸਾਰੇ ਲੋਕਾਂ ਦੇ ਜਾਂ ਇਨਸਾਫ ਪਸੰਦ ਧਿਰਾਂ ਦੇ ਇਹ ਵੀ ਸਵਾਲ ਨੇ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਉਹਨਾਂ ਦੀ ਮੁਲਾਕਾਤ ਜ਼ਰੂਰ ਕਰਵਾਈ ਜਾਣੀ ਚਾਹੀਦੀ ਹੈ। ਮਾਂ ਤੇ ਪੁੱਤ ਦੇ ਮਿਲਾਪ ਜ਼ਰੂਰ ਹੋਣੇ ਚਾਹੀਦੇ ਨੇ। ਇਸੇ ਨੂੰ ਲੈ ਕੇ ਜਿਹੜਾ ਲੀਗਲ ਪੱਖ ਬਣਦਾ ਹੈ ਤਾਂ ਉਸੇ ਐਂਗਲ ਤੋਂ तमाम सारी जानकारी लैण वास्ते सीनियर वकील सिमरनजीत सिंह कोल पहुँचे हाँ और उन्होंने कोलों इस मसले के बाबत तमाम सारी जानकारी भी लवांगे। सर स्वागत है सब तो पहला जी। वाहिगुरू जी का खालसा वाहिगुरू जी की फतेह। सर सब तो पहला तो सवाल है कि जिस तरीके के नाल भाई जगतार सिंह हवारा उन्होंने माता जी बीमारां की हालत दे विच ने, उम्र तकरीबन 96 साल के करीब हो चुकी है, तो इसे नूं लैके बहुत सारियां धिरां दे वल्लों सवाल किए जा रहे कि आखिर भाई जगतार सिंह हवारा का उन्होंने माता जी के नाल मिलाप होना चाहिए, मुलाकात होनी चाहिए, मिल सकन कुछ समय वास्ते, तो इस चीज़ को किवें देखते हो जी? सब तो पहला देखो ये दूसरा केस है। इस तो पहले भाई परमजीत सिंह प्योरा ने इन्हां दे साथी ने, उन्हां दी मदर दी एज सी 96 साल जी। वो कहती कि मैं लास्ट डेथ बैड ते है, मेरी लास्ट विश है कि मैं आपके बेटे परमजीत को मिलना चाहती है। हालत माता की बड़ी क्रिटिकल सी। सो उदों असी एडमिनिस्ट्रेशन ਨੂੰ ਐਪਲੀਕੇਸ਼ਨ ਦਿੱਤੀ ਕਿ ਸਾਨੂੰ ਪੈਰੋਲ ਦਿੱਤੀ ਜਾਏ ਫॉर 1 ਡੇ 4 ਘੰਟਿਆਂ ਦੀ। ਪਟੇਰੀ ਪਿੰਡ ਹੈ ਉਹਨਾਂ ਦੇ ਸਿਸਟਰ ਦਾ ਜਿੱਥੇ ਮਾਤਾ ਜੀ ਰਾਜਪੁਰੇ ਦੇ ਨਾਲ ਸੀ ਜੀ, ਵੀ ਉੱਥੇ ਜਾ ਕੇ ਜਿਹੜਾ 4 ਘੰਟੇ ਦੀ ਅਸੀਂ ਮੁਲਾਕਾਤ ਕਰੀਏ। ਉਹਦੇ 'ਚ ਅਸੀਂ ਲਿਖਤਾ ਵੀ ਇਹਦਾ ਅਸੀਂ ਖਰਚਾ ਦੇਣ ਨੂੰ ਵੀ ਤਿਆਰ ਹਾਂ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਆਊਗਾ। ਐਡਮਿਨਿਸਟ੍ਰੇਸ਼ਨ ਸਾਡੀ ਰਿਕੁਐਸਟ ਨੂੰ ਰਿਜੈਕਟ ਕਰਦਾ ਹੈ। उस तो बाद असी हाई कोर्ट जाने। हाई कोर्ट सिंगल बेंच अगे साडा केस लगता है। कोर्ट कहती कि नहीं असी परमिशन नहीं दे सकते,
ਪਰ ਅਸੀਂ ਇੱਕ ਤੁਹਾਨੂੰ ਰਿਲੀਫ ਦਿੰਦੇ ਹਾਂ। ਉਹਨਾਂ ਨੇ ਜੇਲ੍ਹ ਨੂੰ ਬੜੈਲ ਨੂੰ ਡਾਇਰੈਕਟ ਕਰ ਦਿੱਤਾ ਹੈ ਕਿ ਇੱਕ ਐਸਾ ਕਮਰਾ ਬਣਾਇਆ ਜਾਏ ਜਿਹਦੇ 'ਚ ਹੋਮਲੀ ਇਨਵਾਇਰਮੈਂਟ ਹੋਏ, ਜਿੱਥੇ ਇਹ ਨਾ ਲੱਗੇ ਕਿ ਜੇਲ੍ਹ ਹੈ। ਅਤੇ ਮਾਤਾ ਨੂੰ ਜਿਹੜਾ ਵਾ 32 ਸੈਕਟਰ ਤੋਂ ਡਾਕਟਰਾਂ ਦੀ ਟੀਮ ਜਾਏਗੀ, ਐਡਮਿਨਿਸਟ੍ਰੇਸ਼ਨ ਜਾਏਗਾ, ਲਿਫਟ ਕਰਕੇ ਬੜੈਲ ਜੇਲ੍ਹ 'ਚ ਲਈ ਆਉਣਗੇ। ਉਹ ਜਦੋਂ ਜੇਲ੍ਹ 'ਚ ਉੱਥੇ ਲੈਣ ਜਾਂਦੇ ਨੇ ਅਤੇ ਡਾਕਟਰ ਦੇਖਦੇ ਨੇ ਕਿ ਮਾਤਾ ਦੀ ਹਾਲਤ ਬੜੀ ਕ੍ਰਿਟੀਕਲ ਹੈ, ਉਹਨਾਂ ਨੂੰ ਲਿਫਟ ਨਹੀਂ ਕੀਤਾ ਜਾ ਸਕਦਾ। ਸੋ ਲਿਖ ਦਿੰਦੇ ਨੇ ਕਿ ਉਹ ਕ੍ਰਿਟੀਕਲ ਹਾਲਤ ਹੈ, ਲਿਫਟ ਕਰਨ ਦੀ ਪੋਜੀਸ਼ਨ 'ਚ ਨਹੀਂ ਹੈ। ਜਿਸ ਤੋਂ ਬਾਅਦ ਉਹ ਰਿਪੋਰਟ ਸਬਮਿਟ ਹੋ ਜਾਂਦੀ ਹੈ ਸਿੰਗਲ ਬੈਂਚ ਜੱਜ ਕੋਲ। ਜੱਜ ਸਾਰਾ ਕੁਝ ਸਮਝਣ ਦੇ ਬਾਵਜੂਦ ਵੀ ਸਾਡੀ ਜਿਹੜੀ ਰਿਟ ਹੈ ਉਹਨੂੰ ਖਾਰਜ ਕਰ ਦਿੰਦਾ ਹੈ। ਫਿਰ ਅਸੀਂ ਡਬਲ ਬੈਂਚ 'ਤੇ ਜਾਂਦੇ ਹਾਂ ਕਿ ਜਦੋਂ ਡਾਕਟਰ ਤੁਹਾਡੇ ਕਹਿ ਰਹੇ ਨੇ, ਤੁਹਾਡੇ ਮੁਤਾਬਿਕ ਹੀ ਤੁਹਾਡੇ ਡਾਕਟਰ ਗਏ ਨੇ। ਸੋ ਮਾਤਾ ਕ੍ਰਿਟੀਕਲ ਪੋਜੀਸ਼ਨ 'ਚ ਹੈ, ਸ਼ੀ ਇਜ਼ ਓਲਡ ਏਜ ਲੇਡੀ, ਉਹਦੀ ਲਾਸਟ ਵਿਸ਼ ਹੈ ਤੁਸੀਂ ਅਲਾਓ ਕਰ ਦਿਓ, ਸਾਡੀ ਉਹ ਵੀ ਰਿਜੈਕਟ ਹੋ ਜਾਂਦੀ ਹੈ ਇਸ ਤੋਂ ਪਹਿਲਾਂ। ਹਾਂ, ਇਸ ਤੋਂ ਪਹਿਲੇ। ਅੱਜ ਉਹੀ ਸਥਿਤੀ ਫਿਰ ਭਾਈ ਜਗਤਾਰ ਸਿੰਘ ਹਵਾਰੇ ਦੇ ਕੇਸ ਵਿੱਚ ਹੋ ਰਹੀ ਹੈ। ਮਾਤਾ ਜੀ ਕਹਿੰਦੇ ਹੈ ਕਿ ਮੈਂ ਆਪਦੇ ਬੇਟੇ ਨੂੰ ਜਗਤਾਰ ਨੂੰ ਮਿਲਣਾ ਚਾਹੁੰਦੀ ਹਾਂ, ਮੈਂ ਉਹਦਾ ਫੇਸ ਜਾਣ ਤੋਂ ਦੁਨੀਆ ਤੋਂ ਪਹਿਲੇ ਦੇਖਣਾ ਚਾਹੁੰਦੀ ਹਾਂ। ਅਤੇ ਅੱਜ ਉਹ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ, ਕਿਉਂਕਿ ਮੈਂ ਮਾਤਾ ਜੀ ਨੂੰ 2011 ਜਦੋਂ ਜੇਲ੍ਹ ਬ੍ਰੇਕ ਚੱਲਦਾ ਹੁੰਦਾ ਸੀ, ਇਹ ਅਦਾਲਤ 17 ਸੈਕਟਰ 'ਚ ਸੀ, CGM ਦੀ ਕੋਰਟ 'ਚ, ਤਾਂ ਮੈਂ ਉਦੋਂ ਮਿਲਦਾ ਰਿਹਾ। ਬਹੁਤ ਘੱਟ ਬੋਲਣ ਵਾਲੇ, ਸੰਤ ਸੁਭਾਅ ਦੇ ਔਰਤ ਨੇ। ਕਦੀ ਵੀ ਤੁਸੀਂ ਅੱਜ ਵੇਖੋ ਔਰਤਾਂ ਕਿੰਨੀਆਂ ਬੋਲਦੀਆਂ ਨੇ, ਕਿੰਨਾ ਕੁਛ ਸੋਸ਼ਲ ਮੀਡੀਆ 'ਤੇ ਚੱਲਦਾ ਹੈ, ਪਰ ਮੈਂ ਇਹਨਾਂ ਦੇ ਕਦੇ ਮੱਥੇ 'ਤੇ ਕਦੇ ਵੀ ਕੋਈ ਤਿਉੜੀ ਨਹੀਂ ਦੇਖੀ, ਕਦੇ ਚਿੰਤਾ ਨਹੀਂ ਦੇਖੀ। ਸ਼ਾਂਤ ਸੁਭਾਅ ਦੇ ਸੀ। ਆਪਦੀ ਪੋਤਰੀ ਨੂੰ ਲੈ ਕੇ ਆਉਂਦੇ ਸੀ। ਭਾਈ ਜਗਤਾਰ ਸਿੰਘ ਹਵਾਰਾ ਦੀ ਡਾਟਰ ਸੀ, ਜਿਨ੍ਹਾਂ ਨੂੰ ਉਹ ਕਹਿੰਦੇ ਸੀ, ਉਹ ਮਤਲਬ ਇਹਨਾਂ ਨੇ ਉਹਦਾ ਬੇਟੀ ਦਾ ਨਾਂ ਰੱਖਿਆ ਸੀ ਗੁਰਮੇਲ ਕੌਰ। ਦਾਦੀ ਪੋਤਰੀ ਆਉਂਦੀ ਸੀ, ਮਿਲ ਕੇ ਚਲੇ ਜਾਂਦੀਆਂ ਸੀ। ਸੋ ਅੱਜ ਜੇ ਮਾਂ ਚਾਹੁੰਦੀ ਹੈ ਕਿ ਮੈਂ ਆਪਦੇ ਬੇਟੇ ਨੂੰ ਮਿਲਣਾ ਚਾਹੁੰਦੀ ਹਾਂ, ਸੋ ਇੱਥੇ ਜਿਹੜਾ ਕਾਨੂੰਨ ਹੈ, ਜਿਹੜਾ ਹਿੰਦੁਸਤਾਨ ਦਾ ਕਾਨੂੰਨ ਹੈ, ਉਹਦਾ ਆਰਟੀਕਲ 14 ਕਹਿੰਦਾ ਹੈ ਕੌਨਸਟੀਟਿਊਸ਼ਨ ਆਫ ਇੰਡੀਆ ਦਾ ਕਿ ਇਕੁਐਲਿਟੀ ਬਿਫੋਰ ਲਾਅ, ਸਾਰੇ ਬੰਦੇ ਕਾਨੂੰਨ ਦੇ ਅੱਗੇ ਬਰਾਬਰ ਨੇ। ਸੋ ਜਿਹੜਾ ਪੰਜਾਬ ਜੇਲ੍ਹ ਮੈਨੂਅਲ ਹੈ, ਜਿਹਦੇ ਰਾਹੀਂ ਇਹਨਾਂ ਨੇ ਡੀਲ ਹੋਣਾ ਹੈ, ਜਿੰਨੇ ਵੀ ਉਮਰ ਕੈਦੀ ਨੇ ਸਾਰਿਆਂ ਨੂੰ ਪੈਰੋਲ ਦੀ ਪ੍ਰੋਵੀਜ਼ਨ ਹੈਗੀ ਹੈ। ਫਿਰ ਪੈਰੋਲ ਦੇ ਨਾਲ ਇੱਕ ਐਮਰਜੈਂਸੀ ਪੈਰੋਲ ਵੀ ਹੁੰਦੀ ਹੈ। ਜੇ ਕਿਸੇ ਦੇ ਘਰ 'ਚ ਕੋਈ ਬਿਮਾਰ, ਘਰ ਦਾ ਮੈਂਬਰ ਬਿਮਾਰ ਹੋ ਜਾਂਦਾ ਹੈ, ਕੋਈ ਖੁਸ਼ੀ ਗਮੀ ਹੋ ਜਾਂਦੀ ਹੈ, ਤਾਂ ਉਹਨੂੰ ਪੈਰੋਲ ਮਿਲ ਸਕਦੀ ਹੈ। ਪਰ ਨਾ ਇਹ ਪੈਰੋਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਤੀ ਹੈ, ਨਾ ਹੀ ਇਹ ਪੈਰੋਲ ਜਿਹੜੀ ਹੈ ਮਤਲਬ ਹੁਣ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਪਿਓਰਾ, ਕਿਸੇ ਨੂੰ ਵੀ ਨਹੀਂ ਦਿੱਤੀ ਹੈ ਨਾ। ਤੁਸੀਂ 2016 ਦਾ ਵੀ ਜ਼ਿਕਰ ਕੀਤਾ ਸੀ ਕਿ ਅਸੀਂ ਉਸ ਵੇਲੇ ਵੀ ਜਿਹੜਾ ਕੋਰਟ ਦਾ ਰੁਖ ਕੀਤਾ ਸੀ, ਤਾਂ ਪੈਰੋਲ ਮੰਗੀ ਸੀ ਕੁਝ ਸਮੇਂ, ਇੱਕ ਦਿਨ ਵਾਸਤੇ। ਤਾਂ ਕੀ ਲੱਗਦਾ ਕਿ ਉਸ ਵੇਲੇ ਜਿਹੜਾ ਕੋਰਟ ਦਾ ਰਿਪਲਾਈ ਆਇਆ ਸੀ, ਉਹ ਕੀ ਸੀਗਾ? ਉਦੋਂ ਥੋੜ੍ਹਾ ਜਿਹਾ ਇਹ ਸੀ ਕਿ ਜਦੋਂ 2016 'ਚ ਆਪਾਂ ਦੂਸਰੀ ਵਾਰੀ ਸਰਬੱਤ ਖਾਲਸਾ ਕਰਨਾ ਸੀ ਰਾਜਸਥਾਨ ਦੇ ਵਿੱਚ ਬੁੱਢਾ ਜੋਰ ਵਿਖੇ, ਉਦੋਂ ਫਿਰ ਸਾਡੀ ਇੱਕ ਕੋਸ਼ਿਸ਼ ਸੀ ਕਿ ਅਸੀਂ ਸਟੇਟ ਨੂੰ ਹਾਈ ਕੋਰਟ 'ਚ ਰਿਟ ਫਾਈਲ ਕੀਤੀ ਸੀ, ਜਿਹਦੇ 'ਚ ਲਿਖਿਆ ਹੈ ਕਿ ਸਰਬੱਤ ਖਾਲਸੇ ਨੇ 10 ਲੱਖ ਦੀ ਗਿਣਤੀ 'ਚ ਇਹਨਾਂ ਨੂੰ ਸਰਬੱਤ ਖਾਲਸਾ ਦੇ ਜਥੇਦਾਰ ਚੁਣਿਆ ਹੈ। ਸੰਗਤ ਇਹਨਾਂ ਨੂੰ ਸੁਣਨਾ ਚਾਹੁੰਦੀ ਹੈ, ਜਿਹੜੇ ਇਹਨਾਂ ਦੇ ਕਲੀਗ ਜਥੇਦਾਰ ਨੇ, ਇਹ ਉਹਨਾਂ ਨੂੰ ਮਿਲ ਕੇ ਸਲਾਹ ਕਰਕੇ ਕੌਮ ਨੂੰ ਆਪ ਦਾ ਰਿਲੀਜੀਅਸ ਪ੍ਰੋਗਰਾਮ ਦੇਣਾ ਚਾਹੁੰਦੇ ਨੇ। ਸੋ ਇੱਕ ਦਿਨ ਦੀ ਪੈਰੋਲ ਦਿੱਤੀ ਜਾਏ। ਉਹ ਫਿਰ ਰਜਿਸਟਰੀ ਵਿੱਚ ਟੈਕਨੀਕਲ ਆਬਜੈਕਸ਼ਨਸ ਰੇਜ਼ ਹੋਣ ਕਰਕੇ ਉਹ ਪਟੀਸ਼ਨ ਜਿਹੜੀ ਸੀ ਬੈਂਚ 'ਤੇ ਨਹੀਂ ਜਾ ਸਕੀ। ਉਦੋਂ ਫਿਰ ਉਹ ਜਿਹੜਾ ਵਿੱਚ ਹੀ ਰਹਿ ਗਈ ਸਾਡੀ, ਅਤੇ ਉਸ ਤੋਂ ਬਾਅਦ ਕਦੇ ਟਰਾਈ ਕੀਤਾ ਨਹੀਂ ਹੈਗਾ। ਮਤਲਬ ਜਦੋਂ ਦੇ ਹਵਾਰਾ ਸਾਹਿਬ ਜੇਲ੍ਹ ਦੇ ਵਿੱਚ ਨੇ, ਤਾਂ ਇੱਕੋ ਵਾਰੀ ਟਰਾਈ ਹੋ ਸਕਿਆ 2016 'ਚ? ਹਾਂ, ਮੈਂ ਉਦੋਂ ਕੀਤਾ ਸੀ, ਉਸ ਤੋਂ ਬਾਅਦ ਹੋਇਆ ਕਿ ਨਹੀਂ ਹੋਇਆ ਮੇਰੇ ਨੋਟਿਸ ਨਹੀਂ। ਤਾਂ ਇੱਕ ਵਕੀਲ ਸਾਹਿਬ ਇਹ ਵੀ ਜਾਣਕਾਰੀ ਦਿਓ ਕਿ ਜਿਵੇਂ ਮਾਤਾ ਨਰਿੰਦਰ ਕੌਰ ਜੀ ਇਸ ਵੇਲੇ ਬਿਰਧ ਅਵਸਥਾ ਦੇ ਵਿੱਚ ਨੇ, ਤਾਂ ਮੈਨੂੰ ਲੱਗਦਾ ਕਿ ਉਹ ਇੰਨੇ ਕੈਪੇਬਲ ਹੈ ਨਹੀਂ ਕਿ ਜੇਲ੍ਹ ਦੇ ਵਿੱਚ ਜਾ ਕੇ, ਉੱਥੇ ਦਿੱਲੀ ਜਾ ਕੇ ਮੁਲਾਕਾਤ ਕਰ ਸਕਣ ਭਾਈ ਸਾਹਿਬ ਦੇ ਨਾਲ। ਕੀ ਲੱਗਦਾ ਕਿ ਪਹਿਲਾਂ ਕਦੇ ਮੁਲਾਕਾਤ ਹੁੰਦੀ ਰਹੀ ਹੈ ਮਾਤਾ ਜੀ ਦੀ ਭਾਈ ਜਗਤਾਰ ਸਿੰਘ ਹਵਾਰਾ ਨਾਲ? ਹਾਂ, ਪਹਿਲੀ ਜਿਹੜੀ ਮਤਲਬ ਜਦੋਂ ਇੱਥੇ ਕੇਸ ਚੱਲਦਾ ਸੀ ਜੇਲ੍ਹ ਬ੍ਰੇਕ ਵਾਲਾ, ਉਦੋਂ ਤਾਂ ਰੈਗੂਲਰ ਮੁਲਾਕਾਤਾਂ ਮੈਂ ਹੀ ਕਰਾਉਂਦਾ ਰਿਹਾ, ਇੱਥੇ ਕਈ ਵਾਰੀ ਕਰਾਈਆਂ ਨੇ। ਸੋ ਉਸ ਤੋਂ ਬਾਅਦ ਫਿਰ ਮਾਤਾ ਜੀ ਮੈਨੂੰ ਲੱਗਦਾ ਕੁਝ ਸਮੇਂ ਤੋਂ US ਸੀ। ਫਿਰ ਏਜ ਫੈਕਟਰ ਵੀ ਸੀ ਕਿ ਹੌਲੀ ਹੌਲੀ ਬਜ਼ੁਰਗ ਹੋਣ ਤੋਂ ਬਾਅਦ ਤੁਹਾਡੀ ਸਥਿਤੀ ਫਿਜ਼ੀਕਲ ਉਹ ਨਹੀਂ ਰਹਿ ਜਾਂਦੀ, ਅਤੇ ਉਸ ਚੜ੍ਹਦੀ ਕਲਾ ਵਾਲੇ ਔਰਤ ਨੇ ਮਤਲਬ ਇੰਡੀਅਨ ਸਟੇਟ ਨੂੰ ਉਹਦਾ ਦੂਜਾ ਪੱਖ ਵੀ ਸਮਝਣਾ ਚਾਹੀਦਾ ਹੈ ਕਿ ਇਸ ਮਾਤਾ ਨੇ
ਆਪ ਦਾ ਘਰ ਵਾਲਾ ਵੀ ਲੂਜ਼ ਕੀਤਾ ਹੈ ਤੇ ਬੇਟਾ ਜਿਹੜਾ 30 ਸਾਲ ਤੋਂ ਜੇਲ੍ਹ ਵਿੱਚ ਹੈ। ਤੇ ਇਹ ਪੋਲੀਟੀਕਲ ਮਰਡਰ ਹੈਗਾ ਬੇਅੰਤ ਸਿੰਘ ਵਾਲਾ। ਸੋ ਇਹ ਕੋਈ ਕ੍ਰਿਮੀਨਲਸ ਨਹੀਂ ਹੈਗੇ, ਇਹ ਅੱਛਾ ਸਪੋਰਟਸ ਪਰਸਨ ਸੀ। ਤੇ ਹੁਣ ਤੁਸੀਂ ਵੇਖੋ ਕਿ ਸਾਨੂੰ ਤਾਂ ਫੀਲ ਹੁੰਦਾ ਹੈ ਕਿ ਤੁਸੀਂ ਜਿਹੜਾ ਤੇ ਸਿਰਸੇ ਵਾਲਾ ਹੈਗਾ ਹੈ ਰੇਪਿਸਟ ਰਾਮ ਰਹੀਮ, ਉਹਨੂੰ ਤਾਂ ਤੁਸੀਂ ਉਹਦੀ ਮਰਜ਼ੀ ਦੇ ਮੁਤਾਬਕ ਜਦੋਂ ਪੈਰੋਲ ਮੰਗਦਾ ਦੇ ਦਿੰਦੇ ਹੋ। ਜੇ ਉਹਨੇ ਫਿਲਮ ਬਣਾਉਣੀ ਹੈ ਤਾਂ ਵੀ ਪੈਰੋਲ ਮਿਲਦੀ ਹੈ, ਜੇ ਉਹਨੇ ਧਰਮ ਪ੍ਰਚਾਰ ਕਰਨਾ ਤਾਂ ਵੀ ਪੈਰੋਲ ਮਿਲਦੀ ਹੈ। ਫਿਰ ਤੁਸੀਂ ਜਿਹੜਾ ਰਾਜੀਵ ਦੇ ਕਤਲ ਕੇਸ ਸੁਣਿਆ ਹੋਣਾ, ਜਿਨ੍ਹਾਂ ਨੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਮਾਰਿਆ, ਉਹਨਾਂ 'ਚ ਇੱਕ ਕੌਰ ਕਿ ਉਸ ਨੂੰ ਘਰ ਬਣਾਉਣ ਦੀ, ਘਰ ਦੀ ਮੁਰੰਮਤ ਕਰਨ ਲਈ ਵੀ ਪੈਰੋਲ ਮਿਲੀ ਹੈ। ਫਿਰ ਉਹ ਗੁਜਰਾਤ ਰਾਈਟਸ ਦੇ ਵਿੱਚ ਇੱਕ BJP ਦੀ ਫੀਮੇਲ ਸ਼ਾਇਦ ਮਿਨਿਸਟਰ ਸੀ, ਇਨਵੋਲਵ ਸੀ, ਉਹਨੂੰ ਵੀ ਪੈਰੋਲਸ ਦਿੱਤੀਆਂ ਨੇ। ਅਤੇ ਇੱਕ ਦਿੱਲੀ ਦਾ ਬੁੱਚੜ ਕਿਹਾ ਜਾਂਦਾ ਹੈ ਕਿਸ਼ੋਰੀ ਲਾਲ ਹੈ, ਜਿਹਨੇ 8 ਤੋਂ ਵੱਧ ਅਲੱਗ-ਅਲੱਗ ਕੇਸਾਂ 'ਚ ਉਹਨੂੰ ਫਾਂਸੀ ਹੋਈ ਹੈ। ਅਤੇ ਕੇਜਰੀਵਾਲ ਉਹਨਾਂ ਨੇ ਉੱਥੇ 12 'ਚ ਅਤੇ 16 'ਚ ਦੋਨੋਂ ਵਾਰੀ ਉਹਦੀ ਪੈਰੋਲ ਦੀ ਗੱਲ ਫਾਈਲ ਤੋਰੀ ਹੈ। ਅਤੇ ਸੋ ਇਹ ਬੜਾ ਜੈਨੂਅਨ ਹੈ। ਦੁਨੀਆ ਦਾ ਕੋਈ ਵੀ ਕਾਨੂੰਨ ਮੈਂ ਨਹੀਂ ਮਹਿਸੂਸ ਕਰਦਾ ਹੈਗਾ ਜਿਹੜਾ ਮਾਂ ਅਤੇ ਪੁੱਤ ਨੂੰ ਮਿਲਣ ਤੋਂ ਰੋਕਦਾ ਹੈ। ਅਤੇ ਸਟੇਟ ਨੂੰ ਚਾਹੀਦਾ ਹੈ ਕਿ ਇਸ ਗੱਲ ਦੇ ਵਿੱਚ ਜੇ ਇਹ ਸਿੱਖਾਂ ਨਾਲ ਡਾਇਲੌਗ ਕਰਨਾ ਚਾਹੁੰਦੀ ਹੈ, ਟੇਬਲ 'ਤੇ ਬਹਿਣਾ ਚਾਹੁੰਦੀ ਹੈ, ਅਤੇ ਇਹ ਬੜਾ ਸੁਨਹਿਰੀ ਮੌਕਾ ਹੈਗਾ ਕਿ ਇਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣੀ ਚਾਹੀਦੀ ਹੈ ਤਾਂ ਜੋ ਕਿ ਉਹ ਆਪਦੀ ਮਾਂ ਨੂੰ ਇਸ ਉਮਰ 'ਚ ਮਿਲ ਸਕੇ। ਜਦੋਂ ਦੂਜੇ ਪਾਸੇ ਜਿਹੜੇ ਕ੍ਰਿਮੀਨਲਸ ਨੇ, ਜਿਹੜੇ ਆਮ ਕਰਕੇ ਸਮੇਂ-ਸਮੇਂ 'ਤੇ ਪੈਰੋਲ 'ਤੇ ਆਉਂਦੇ ਰਹਿੰਦੇ ਨੇ, ਤਾਂ ਉਹਨਾਂ ਨੂੰ ਲੈ ਕੇ, ਅਤੇ ਦੂਜੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਨੇ, ਭਾਈ ਜਗਤਾਰ ਸਿੰਘ ਹਵਾਰਾ ਨੇ, ਦੋਨਾਂ ਦੇ ਮਿਲਾਪ ਨੂੰ ਲੈ ਕੇ ਕੰਪੈਰੀਜ਼ਨ ਕਰਕੇ ਦੇਖਿਆ ਜਾਵੇ ਤਾਂ ਫਿਰ ਕੀ ਅਨੁਭਵ ਰਹਿੰਦਾ ਜੀ ਆਮ ਲੋਕਾਂ ਦਾ? ਦੇਖੋ, ਇਹ ਲੋਕਾਂ 'ਚ ਬੜਾ ਮਾੜਾ ਮੈਸੇਜ ਜਾਊਗਾ। ਮੈਂ ਮਹਿਸੂਸ ਕਰਦਾ ਕਿ ਇਹ ਜਿਹੜੀ ਹੁਣ ਦਿਨ ਜਾ ਰਹੇ ਨੇ, ਅਗਲੇ ਮਹੀਨੇ ਨਵੰਬਰ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਆ ਰਿਹਾ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹਿਊਮਨ ਰਾਈਟਸ ਦੀ ਕੌਜ਼ ਲਈ ਸ਼ਹਾਦਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹਿੰਦੂ ਦਾ ਜਿਹੜਾ ਬਲੀਫ ਹੈ, ਫੇਥ ਹੈ, ਤਿਲਕ ਜੰਜੂ, ਤੁਸੀਂ ਜ਼ਬਰਦਸਤੀ ਕਨਵਰਸ਼ਨਸ ਨਹੀਂ ਕਰ ਸਕਦੇ। ਅਤੇ ਅੱਜ ਜੇ ਹਿੰਦੁਸਤਾਨ ਦੇ ਹਿੰਦੂ ਚਾਹੁੰਦਾ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਸੱਚੀ ਟ੍ਰਿਬਿਊਟ ਦੇਣੀ ਹੈ, ਅਤੇ ਇਹੀ ਟ੍ਰਿਬਿਊਟ ਹੋਏਗੀ ਕਿ ਤੁਸੀਂ ਗੁਰੂ ਦੇ ਸਿੱਖਾਂ ਨਾਲ ਇਸ ਕਿਸਮ ਦਾ ਬਿਹੇਵ ਨਾ ਕਰੋ, ਇਹਨਾਂ ਨਾਲ ਚੰਗਾ ਬਿਹੇਵ ਕਰੋ, ਇਹਨਾਂ ਨਾਲ ਟੇਬਲ 'ਤੇ ਬੈਠੋ। ਇਟ ਵੁੱਡ ਬੀ ਏ ਬੇਬੀ ਸਟੈਪ। ਜੇ ਤੁਸੀਂ ਇਹ ਗੁੱਡਵਿਲ ਜੈਸਚਰਸ ਦਿੰਦੇ ਹੋ ਤਾਂ ਇਹਦੇ ਨਾਲ ਅੱਗੇ ਵੀ ਕਈ ਸਿੱਖਾਂ ਨਾਲ ਤੁਹਾਨੂੰ ਟੇਬਲ 'ਤੇ ਬਹਿ ਕੇ ਗੱਲਾਂ ਬਾਤਾਂ ਮੁਕਾਉਣ ਦੇ ਮੌਕੇ ਮਿਲਣਗੇ। ਜੇ ਤੁਸੀਂ ਇੰਡੀਅਨ ਸਟੇਟ ਇਹ ਚਾਂਸ ਮਿਸ ਕਰਦੀ ਹੈ ਤਾਂ ਮੈਂ ਮਹਿਸੂਸ ਕਰਦਾ ਇਹ ਬਹੁਤ ਵੱਡਾ ਬਲੰਡਰ ਮਿਸਟੇਕ ਹੋਊਗਾ। ਅੱਜ ਇੰਡੀਅਨ ਸਟੇਟ ਨੂੰ ਦੱਸਣਾ ਪਊਗਾ, ਸਿੱਖਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੀ ਗਲਤੀ ਜਿਨਾਹ ਨੇ ਕੀਤੀ ਹੈ, ਜਿਹੜੀ ਗਲਤੀ ਗਾਂਧੀ ਨੇ ਕੀਤੀ ਹੈ, ਜਿਹੜੀ ਮਤਲਬ ਹੁਣ ਸਿੱਖਾਂ ਦਾ ਜਿਹੜਾ ਸਾਡਾ ਗਿਲਾ ਹੈਗਾ ਕਿ ਗਾਂਧੀ ਨੇ, ਨਹਿਰੂ ਨੇ, ਪਟੇਲ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ। ਸੋ ਜੇ ਤੁਸੀਂ ਉਹੀ ਗੱਲ ਨੂੰ ਰਿਪੀਟ ਕਰੋਗੇ ਸਿੱਖ ਹਿਸਟਰੀ 'ਚ ਤਾਂ ਫਿਰ ਸਿੱਖਾਂ 'ਚ ਨਫ਼ਰਤ ਵਧੂਗੀ। ਜੇ ਤੁਸੀਂ ਅੱਜ ਨਹਿਰੂ ਦੀ, ਗਾਂਧੀ ਦੀ, ਪਟੇਲ ਦੀ ਜਿਹੜੀ ਉਹ ਲਾਈਨ ਹੈ ਉਹਨੂੰ ਛੱਡ ਕੇ ਸਿੱਖਾਂ ਨਾਲ ਚੰਗੀ ਸ਼ੁਰੂਆਤ ਕਰੋਗੇ ਤਾਂ ਫਿਰ ਹੋ ਸਕਦਾ ਹੈ ਕਿ ਭਵਿੱਖ ਵਿੱਚ ਜਿਹੜੀਆਂ ਸਾਡੀਆਂ ਦੂਰੀਆਂ ਹੈ ਉਹ ਘਟ ਸਕਦੀਆਂ। ਸਰ, ਇੱਕ ਹੋਰ ਗੱਲ ਇਹਦੇ ਵਿੱਚ ਦੱਸਿਓ ਕਿ ਹਾਈ ਕੋਰਟ ਦਾ, ਸੁਪਰੀਮ ਕੋਰਟ ਦਾ ਇਸ ਮਾਮਲੇ ਦੇ ਵਿੱਚ ਮੁਲਾਕਾਤ ਨੂੰ ਲੈ ਕੇ ਰੁੱਖ ਕੀਤਾ ਹੋਇਆ, ਤਾਂ ਕੀ ਲੱਗਦਾ ਕਿ ਅਜੇ ਤੱਕ ਕੋਈ ਆਊਟਪੁੱਟ ਨਿਕਲ ਕੇ ਆ ਸਕੀ ਸਾਹਮਣੇ? ਦੇਖੋ, ਇਸ ਕੇਸ 'ਚ ਮੈਨੂੰ ਪਤਾ ਨਹੀਂ ਹੁਣ ਭਾਈ ਜਗਤਾਰ ਸਿੰਘ ਹਵਾਰੇ ਦੀ ਫੈਮਿਲੀ 'ਚੋਂ ਕਿਸੇ ਨੇ ਕੋਈ ਲੀਗਲ ਰੈਮਡੀ ਲਈ ਕਿ ਨਹੀਂ ਲਈ, ਅਪਰੋਚ ਕੀਤਾ ਕਿ ਨਹੀਂ ਕੀਤਾ। ਪਰ ਭਾਈ ਪਰਮਜੀਤ ਸਿੰਘ ਭਿਓਰੇ ਦੇ ਕੇਸ 'ਚ ਅਸੀਂ ਗਏ ਸੀ। ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸਿੰਗਲ ਬੈਂਚ, ਡਬਲ ਬੈਂਚ, ਡਿਸਪਾਈਟ ਕਿ ਉਹਨਾਂ ਦੇ ਡਾਕਟਰਸ ਦੇ ਬੈਂਚ ਨੇ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਕਹਿੰਦੇ ਸੀ ਉਹਨਾਂ 'ਤੇ ਮੋਹਰ ਲਾ ਦਿੱਤੀ। ਡਾਕਟਰਸ ਦੀ ਰਿਕਮੈਂਡੇਸ਼ਨ ਸੀ ਕਿ ਮਾਤਾ ਜੀ ਓਲਡ ਏਜ ਨੇ, ਇਹ ਲਿਫਟ ਨਹੀਂ ਕੀਤੇ ਜਾ ਸਕਦੇ, ਟਰੈਵਲ ਨਹੀਂ ਕਰ ਸਕਦੇ। ਸੇਮ ਪੋਜੀਸ਼ਨ ਭਾਈ ਜਗਤਾਰ ਸਿੰਘ ਹਵਾਰੇ ਦੀ ਮਦਰ ਦੀ ਵੀ ਉਹੀ ਹੈਗੀ ਹੈ। ਸੋ ਇੱਥੇ ਪੰਜਾਬ ਦੇ ਸਿੱਖਾਂ ਦਾ ਵੀ ਫਰਜ਼ ਬਣਦਾ ਹੈ ਅਤੇ ਸਿਵਲ ਸੁਸਾਇਟੀ ਦਾ ਫਰਜ਼ ਵੀ ਬਣਦਾ ਕਿ ਸਾਡੇ ਨਾਲ ਖੜੀ ਹੋਏ। ਕੋਈ UNO ਦਾ ਕੋਈ ਇਸ ਤਰ੍ਹਾਂ ਦਾ ਕੋਈ ਰੋਕ ਹੋ ਸਕਦਾ ਕਿ ਜਿਹੜਾ ਮਨੁੱਖੀ ਅਧਿਕਾਰਾਂ ਦੀ, ਹਿਊਮਨ ਰਾਈਟਸ ਦੀ ਗੱਲ ਹੋ ਸਕੇ? ਦੇਖੋ, UNO ਦੇ ਵਿੱਚ ਸਟੇਟਸ ਜਾ ਸਕਦੀਆਂ ਨੇ। ਹੁਣ ਇੱਕ ਕੁਲਭੂਸ਼ਣ ਜਾਦਵ ਹੈ ਜਿਹੜਾ ਜਸੂਸੀ ਕਰਦਾ ਸੀ, ਜਿਹਨੇ ਕਈ ਕਿਸਮ ਦੇ ਮਾੜੇ ਚੰਗੇ ਕੰਮ ਪਾਕਿਸਤਾਨ 'ਚ ਕੀਤੇ। ਪਾਕਿਸਤਾਨ ਨੇ ਕੁਲਭੂਸ਼ਣ ਜਾਦਵ ਨੂੰ ਜਿਹੜੀ ਸੀ ਕ੍ਰਿਮੀਨਲ ਕੌਨਸਪੀਰੇਸੀਜ਼ ਕਰਕੇ ਫਾਂਸੀ ਕਰ ਦਿੱਤੀ। ਅਤੇ ਇੰਡੀਆ ਵਾਲੇ ਜਿਹੜੇ ਨੇ
ਉਹ UN 'ਚ ਜਾ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਉਹਦੀ ਉਹਨਾਂ ਨੇ ਫਾਂਸੀ ਰੁਕਵਾਤੀ। ਸੋ ਅੱਜ UN ਨੂੰ, ਪੂਰੇ ਦੁਨੀਆ ਦੇ ਸਿੱਖਾਂ ਨੂੰ, UN ਦੇ ਜਨਰਲ ਸੈਕਟਰੀ ਨੂੰ ਚਿੱਠੀ ਪਾ ਕੇ ਹਰ ਸਿੱਖ ਨੂੰ ਚਿੱਠੀ ਲਿਖਣੀ ਚਾਹੀਦੀ ਹੈ ਵੀ ਸਿੱਖਾਂ ਦੇ ਨੂੰ, ਜਿਵੇਂ ਇੱਥੇ ਹੁੰਦਾ ਨਾ ਵੀ ਆਪਾਂ ਜਦੋਂ ਫੰਡਾਮੈਂਟਲ ਰਾਈਟਸ ਨੂੰ ਪੜ੍ਹਦੇ ਹਾਂ ਕਿ ਰਾਈਟ ਟੂ ਇਕੁਐਲਿਟੀ, ਫਲਾਨਾ ਰਾਈਟ, ਮਕਾਨਾ ਰਾਈਟ, ਥੱਲੇ ਹੁੰਦਾ ਇਹ ਐਕਸੈਪਸ਼ਨ ਹੈ। ਹੁਣ ਉਹ ਐਕਸੈਪਸ਼ਨ ਪਾਉਣ ਵਾਲੀ ਰਹਿ ਗਈ ਹੈ ਵੀ ਇਹ ਕਾਨੂੰਨ ਸਿੱਖਾਂ 'ਤੇ ਲਾਗੂ ਨਹੀਂ ਹੁੰਦੇ। ਸਿੱਧੇ ਰੂਪ 'ਚ ਤਾਂ ਸਾਰਾ ਕੁਛ ਤੈਅ ਹੋ ਚੁੱਕਿਆ ਹੈ। ਸੋ ਸਿੱਖਾਂ ਨੂੰ UN ਦੇ ਜਨਰਲ ਸੈਕਟਰੀ ਜਨਰਲ ਨੂੰ ਚਿੱਠੀ ਲਿਖ ਕੇ ਦੱਸਣਾ ਚਾਹੀਦਾ ਹੈ ਕਿ ਸਿੱਖ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ, ਇਹ ਪ੍ਰਿਜ਼ਨਰ ਆਫ ਵਾਰ ਹੈਗੇ ਨੇ, ਇਹ ਹਿੰਦੁਸਤਾਨ ਦੀ ਕੈਦ ਵਿੱਚ ਗੁਲਾਮ ਨੇ, ਅਤੇ ਇਹਨਾਂ ਦੇ ਜਿਹੜੇ ਮੌਲਿਕ ਅਧਿਕਾਰ ਆ ਵਾਇਲੇਟ ਹੋ ਰਹੇ ਨੇ। UN ਨੂੰ ਵੀ ਇਹਦੇ ਵਿੱਚ, ਜਿਵੇਂ ਕੁਲਭੂਸ਼ਣ ਜਾਧਵ ਦੇ ਕੇਸ 'ਚ ਇੰਟਰਫੇਅਰ ਕੀਤਾ, ਉੱਦਾਂ ਹੀ ਇੱਥੇ ਕਰਨਾ ਬਣਦਾ ਹੈ। ਜੇਲ੍ਹ 'ਚ ਨਜ਼ਰਬੰਦ ਨੇ ਭਾਈ ਪਰਮਜੀਤ ਸਿੰਘ ਭਿਓਰਾ, ਉਹਨਾਂ ਦੀ ਵੀ ਹਾਲ ਦੇ ਵਿੱਚ ਸਟੇਟਮੈਂਟ ਆਈ ਆ, ਤਾਂ ਖਾਸ ਤੌਰ 'ਤੇ ਉਹ ਕੀ ਸੋਚ ਰਹੇ ਨੇ ਇਸ ਚੀਜ਼ ਨੂੰ ਲੈ ਕੇ? ਦੇਖੋ, ਉਹਨਾਂ ਨੇ ਤਾਂ ਆਪ ਦਾ ਐਕਸਪੀਰੀਅੰਸ ਹੀ ਸ਼ੇਅਰ ਕੀਤਾ ਹੈ ਕਿ ਉਹਨਾਂ ਦੇ ਮਦਰ ਵੀ ਚਾਹੁੰਦੇ ਸੀ ਕਿ ਉਹ ਪਰਮਜੀਤ ਨੂੰ ਮਰਨ ਤੋਂ ਪਹਿਲੇ ਮਿਲਣ, ਜਿਹੜਾ ਕਿ ਸਾਡਾ ਪ੍ਰਸ਼ਾਸਨ ਨੇ ਔਰ ਕੋਰਟਸ ਨੇ ਸਾਥ ਨਹੀਂ ਦਿੱਤਾ। ਸਾਡੀਆਂ ਜਿਹੜੀਆਂ ਐਪਲੀਕੇਸ਼ਨ ਸੀ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਉਹ ਕਹਿੰਦੇ ਨੇ ਸਾਡੇ 'ਤੇ ਜ਼ੁਲਮ ਵੀ ਬਹੁਤ ਕੀਤਾ ਹੈ ਇਹਨਾਂ ਨੇ, ਅਤੇ ਇਹ ਜਿਹੜਾ ਮਾਨਸਿਕ ਜ਼ੁਲਮ ਹੈ, ਮਾਂ ਨੂੰ ਪੁੱਤ ਨਾਲ ਨਾ ਮਿਲਣ ਦੇਣਾ, ਇਹ ਵੀ ਸਾਨੂੰ ਤੋੜ ਨਹੀਂ ਸਕਦਾ। ਅਸੀਂ ਕਾਇਮ ਹੈ, ਅਸੀਂ ਚੜ੍ਹਦੀ ਕਲਾ 'ਚ, ਅਤੇ ਇੱਦਾਂ ਹੀ ਕੰਮ ਜਾਰੀ ਰਹੂਗਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਤਮਾਮ ਸਾਰੀ ਜਾਣਕਾਰੀ ਹੈ ਜਿਹੜੀ ਐਡਵੋਕੇਟ ਸਿਮਰਨਜੀਤ ਸਿੰਘ ਹੁਣਾਂ ਦੇ ਕੋਲੋਂ ਲੈਣ ਦਾ ਯਤਨ ਕੀਤਾ, ਤਾਂ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੇ 96 ਸਾਲ ਦੇ ਮਾਤਾ ਨਰਿੰਦਰ ਕੌਰ ਇਸ ਵਕਤ ਜਿਹੜੀ ਸਥਿਤੀ ਦੇ ਵਿੱਚ ਨੇ, ਇਸ ਚੀਜ਼ ਨੂੰ ਲੈ ਕੇ ਖੁਦ ਹੀ ਇੱਕ ਇਨਸਾਨੀਅਤ ਨਾਤੇ ਮਹਿਸੂਸ ਕੀਤਾ ਜਾ ਸਕਦਾ ਕਿ ਆਖਰ ਕਿਸ ਤਰੀਕੇ ਦੇ ਹਾਲਾਤ ਹੋਣਗੇ ਜਦੋਂ ਮਾਂ ਪੁੱਤ ਦੇ ਕੋਲੋਂ ਦੂਰ ਹੈ, ਪੁੱਤ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੈ, ਔਰ ਖ਼ਾਸ ਤੌਰ 'ਤੇ ਇਸ ਨਾਜ਼ੁਕ ਸਥਿਤੀ ਦੇ ਵਿੱਚ ਮਾਂ ਅੱਜ ਆਪਣੇ ਪੁੱਤ ਨੂੰ ਯਾਦ ਕਰ ਰਹੀ ਹੈ, ਅਤੇ ਖ਼ਾਸ ਤੌਰ 'ਤੇ ਨਿਆਂ ਪ੍ਰਣਾਲੀ ਦਾ ਰੁੱਖ ਕੀਤਾ ਹੋਇਆ ਹੈ। ਇਸੇ ਮਾਮਲੇ ਦੇ ਵਿੱਚ ਭਵਿੱਖ ਦੇ ਵਿੱਚ ਕਿਸ ਤਰੀਕੇ ਦਾ ਮੋੜਾ ਆ ਸਕਦਾ ਹੈ, ਤਮਾਮ ਸਾਰੀਆਂ ਕਿਆਸਰਾਈਆਂ ਰਹਿਣਗੀਆਂ। ਅੱਗੇ ਵੀ ਤਮਾਮ ਸਾਰੇ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।